ਜਾਈ। ਗੁਰਾਂ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਪਰਮ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ ਜੀ, ਅਸੀਂ ਵੱਡਿਆਂ ਭਾਗਾਂ ਵਾਲੇ ਹਾਂ ਜੋ ਇਸ ਜ਼ਿੰਦਗੀ ਦੇ ਅੰਦਰ ਉਸ ਪਰਮਾਤਮਾ ਜੀ ਨੂੰ ਸਵੇਰ ਦੇ ਟਾਈਮ ਤੇ ਸ਼ਾਮ ਦੇ ਸਮੇਂ ਵੇਲੇ ਗੁਰੂ ਜੀ ਦੇ ਦੀਦਾਰ ਕਰਨ ਲਈ ਅਸੀਂ ਆਉਂਦੇ ਹਾਂ, ਤਾਂ ਜੋ ਸਾਡੇ ਅੰਦਰ ਮੁਸ਼ਕਿਲ ਘੜੀਆਂ ਨੇ ਉਹ ਦੂਰ ਹੋ ਸਕਣ। ਕਿਤੇ ਇਹ ਨਾ ਹੋ ਜਾਵੇ ਕਿ ਸਾਡਾ ਇਸ ਦੁਨੀਆ ਤੇ ਆਉਣਾ ਇੱਕ ਨਾਮ ਮੰਤਰ ਹੀ ਰਹਿ ਜਾਵੇ। ਕਹਿੰਦੇ ਜੋ ਸਤਿਗੁਰੂ ਦੀ ਸੰਗਤ ਕਰਦਾ ਹੈ, ਜੋ ਸਤਿਗੁਰਾਂ ਜੀ ਨੂੰ ਸੱਚੇ ਮਨੋਂ ਧਿਆਉਂਦਾ, ਕਹਿੰਦੇ ਉਹਦਾ ਰਹਿੰਦੀ ਦੁਨੀਆ ਤੱਕ ਨਾਂ ਰਹਿੰਦਾ। ਕਿਉਂਕਿ ਅਸੀਂ ਸੰਗਤ ਵਿੱਚ ਆ ਕੇ ਗੁਰੂ ਜੀ ਦੀ ਮੱਤ ਨੂੰ ਧਾਰਨ ਕਰਦੇ ਹਾਂ ਤੇ ਗੁਰੂ ਜੀ ਸਾਡੇ ਦੁਰਮਤ ਨੂੰ ਦੂਰ ਕਰਦੇ ਨੇ ਤੇ ਆਪਣੀ ਮੱਤ ਨੂੰ ਧਾਰਨ ਕਰਵਾਉਂਦੇ ਨੇ। ਸੋ ਸਾਧ ਸੰਗਤ ਜੀ, ਕਰੋ ਜੀ ਮਨ ਇਕਾਗਰ, ਝੁਕਾਓ ਸੀਸ। ਕਥਾ ਵਿਚਾਰਾ ਆਰੰਭਣ ਤੋਂ ਪਹਿਲਾਂ ਫਤਿਹ ਨਾਲ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਪ ਬਾਣੀ ਅੰਦਰ 6ਵੀਂ ਪੌੜੀ ਉਚਾਰਨ ਕੀਤੀ ਤੇ ਪੌੜੀ ਦਾ ਅਰਥ ਹੁੰਦਾ ਕਿ ਸਟੈਪ ਬਾਏ ਸਟੈਪ ਚੜ੍ਹਨ ਦੀ ਗੱਲ, ਕਿ ਕਿਸੇ ਮੰਜ਼ਿਲ ਦੇ ਉੱਪਰ ਚੜ੍ਹਨਾ ਹੋਵੇ, ਕਹਿੰਦੇ ਪਹਿਲੇ ਸਟੈਪ ਤੇ ਪੈਰ ਧਰਨਾ ਪਵੇਗਾ ਤੇ ਤਾਂ ਤੂੰ ਹੌਲੀ ਹੌਲੀ ਪੂਰੀ ਸਿਖਰ ਤੇ ਜਾ ਕੇ ਪਹੁੰਚ ਜਾਵੇਂਗਾ। ਜਿਸ ਤਰ੍ਹਾਂ 12 ਮਾਹ ਦੀਆਂ ਪੌੜੀਆਂ ਉਚਾਰਨ ਕੀਤੀਆਂ ਨੇ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਜਪਜੀ ਸਾਹਿਬ ਦੀਆਂ ਪੌੜੀਆਂ ਦੀ ਸੰਰਚਨਾ ਕੀਤੀ ਆ। ਬਾਰਾਂ ਮਾਹ ਮਾਝ ਬਾਣੀ ਦੇ ਅੰਦਰ ਤੇ ਕਰਮਾਂ ਨੂੰ ਵਿਛੜਨ ਦੀ ਗੱਲ ਕੀਤੀ ਗਈ ਤੇ ਉਹ ਜਗਿਆਸੂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਤੇ ਪਹਿਲੀ ਪੌੜੀ ਤੋਂ ਹੀ ਅਰਦਾਸ ਕਰਨ ਲੱਗ ਜਾਂਦਾ ਕਿ ਅਸੀਂ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਹਿਲੀ ਪੌੜੀ ਤੋਂ ਹੀ ਲਿਖ ਦਿੱਤਾ ਕਿ ਸਾਚਾ ਸਾਹਿਬ ਸੱਚ ਨਾਏ, ਵੀ ਪਰਮਾਤਮਾ ਜੀ ਵੀ ਸੱਚ ਆ। ਪਹਿਲਾਂ ਸੱਚ ਦੀ ਗੱਲ ਕੀਤੀ, ਫਿਰ ਹੁਕਮ ਦੀ ਗੱਲ ਕੀਤੀ, ਫਿਰ ਗਾਉਣ ਦੀ ਗੱਲ ਕੀਤੀ ਤੇ ਕਹਿੰਦੇ ਮਨੁੱਖ ਗਾਉਂਦਾ ਤਾਂ ਹੈ, ਕਹਿੰਦੇ ਉਹਦੇ ਭਾਣੇ ਦੇ ਅੰਦਰ ਵੀ ਲਿਖਿਆ ਗਿਆ ਕਿ ਉਸਨੇ ਗਾਉਣਾ, ਪਰ ਗਾਉਣ ਦਾ ਤਰੀਕਾ ਵੀ ਬਦਲਦਾ ਹੈ। ਤੇ ਅੱਜ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਅੱਗੇ ਪੌੜੀ ਦੀ ਜੋ ਵਿਆਖਿਆ ਸੀ ਕਰਨੀ ਹੈ ਤੇ ਉਸ ਪੌੜੀ ਦਾ ਪਹਿਲਾ ਸ਼ਬਦ ਹੀ ਹੈ ਸਤਿਗੁਰ ਜੀ। ਇੱਥੇ ਰਹਿ ਕਰਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸੰਸਾਰ ਅੰਦਰ ਦੇਖਦੇ ਨੇ ਕਿ ਅਨੇਕਾਂ ਤਰ੍ਹਾਂ ਦੇ ਜੀਵ ਨੇ, ਕਿ ਕਿਸ ਤਰ੍ਹਾਂ ਅਸੀਂ ਕੱਲ ਗੱਲ ਕੀਤੀ ਸੀਗੀ ਕਿ ਪਰਮਾਤਮਾ ਨੂੰ ਥਿਰ ਨਹੀਂ ਰੱਖਿਆ ਜਾ ਸਕਦਾ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਵੀ ਨਾ ਤਾਂ ਥਾਪ ਕੇ ਰੱਖਿਆ ਜਾ ਸਕਦਾ ਤੇ ਨਾ ਕੋਈ ਉਹਦਾ ਕਰਤਾ ਵਾ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੇਖਿਆ ਕਿ ਇੱਥੇ ਮੰਦਿਰਾਂ ਦੇ ਵਿੱਚ ਭਗਵਾਨ ਨੂੰ ਪੂਜਿਆ ਜਾਂਦਾ, ਪਹਿਲਾਂ ਤਾਂ ਉਸੇ ਭਗਵਾਨ ਤੇ ਪੈਰ ਧਰ ਕੇ ਉਹਨੂੰ ਮੂਰਤੀ ਨੂੰ ਘੜਦੇ ਆ ਤੇ ਕਹਿੰਦੇ ਫਿਰ ਇੱਕ ਜਗ੍ਹਾ ਸਥਾਪਿਤ ਕਰਕੇ ਤੇ ਉਹਨੂੰ ਪੂਜਣ ਲੱਗ ਜਾਂਦੇ ਆ। ਕਹਿੰਦੇ ਇਹ ਤਾਂ ਕੋਈ ਗੱਲ ਨਾ ਹੋਈ,
ਤੇ ਕਹਿੰਦੇ ਫਿਰ ਇਹ ਜਾ ਕੇ ਕੀ ਕਰਦਾ, ਉੱਥੇ ਸਰੋਵਰ ਵੀ ਬਣਾ ਲੈਂਦਾ, ਤੀਰਥ ਵੀ ਬਣਾ ਲੈਂਦਾ ਤੇ ਫਿਰ ਉੱਥੇ ਇਸ਼ਨਾਨ ਕਰਦਾ। ਤੇ ਸਤਿਗੁਰੂ ਜੀ ਸਾਨੂੰ ਪੌੜੀ ਵਿੱਚ ਸਮਝਾਉਣਾ ਚਾਹੁੰਦੇ ਨੇ, ਕਹਿੰਦੇ ਤੀਰਥ ਨਹਾਵਾਂ ਜੇ ਤਿਸ ਭਾਵਾਂ, ਬਿਨ ਭਾਣੇ ਕੇ ਨਹਾਏ ਕਰੀ। ਤੀਰਥ ਨਹਾਵਾਂ, ਜੇ ਤੀਰਥ ਨਹਾਉਣ ਦੀ ਗੱਲ ਆਉਂਦੀ ਆ, ਨਹਾਉਣ ਦਾ ਸੰਬੰਧ ਇਸ਼ਨਾਨ ਨਾਲ ਹੈ। ਤੇ ਇੱਥੇ ਲਿਖਿਆ ਤੀਰਥ ਨਹਾਵਾਂ ਜੇ ਤਿਸ ਭਾਵਾਂ, ਕਹਿੰਦੇ ਮੈਂ ਕਿਸ ਤਰ੍ਹਾਂ ਨਹਾਵਾਂ ਜੇ ਉਸ ਪ੍ਰਭੂ ਨੂੰ, ਪ੍ਰਮਾਤਮਾ ਨੂੰ ਪਾਉਣਾ ਹੋਵੇ, ਉਹ ਮੈਂ ਉਹਨੂੰ ਪਾ ਜਾਵਾਂ, ਮੈਂ ਉਸ ਨੂੰ ਚੰਗਾ ਲੱਗਣ ਲੱਗ ਜਾਵਾਂ। ਬਿਨ ਭਾਣੇ ਕੇ ਨਹਾਏ ਕਰੀ, ਕਹਿੰਦੇ ਇਸ਼ਨਾਨ ਤੋਂ ਬਿਨਾਂ ਤਾਂ ਉਸ ਪਰਮਾਤਮਾ ਨੂੰ ਪਾਉਂਦੇ ਨਹੀਂ। ਸਤਿਗੁਰੂ ਜੀ ਕਹਿੰਦੇ ਫਿਰ ਤੂੰ ਕਰਦਾ ਕੀ ਫਿਰਦਾ। ਤੀਰਥ ਤੇ ਨਹਾਉਣ ਦੀ ਗੱਲ ਚੱਲੀ, ਕਹਿੰਦੇ ਇਹ ਨਾ ਸੋਚਿਆ ਕਰ ਵੀ ਤੂੰ ਆਪਣਾ ਤਨ ਨੂੰ ਧੋ ਕੇ ਪਵਿੱਤਰ ਹੋ ਜਾਵੇਂਗਾ, ਪਰ ਤੇਰਾ ਮਨ ਤਾਂ ਅੰਦਰੋਂ ਮੈਲਾ, ਤੇਰੇ ਮਨ ਦੇ ਅੰਦਰ ਵਿਸ਼ੇ ਵਿਕਾਰ ਚੱਲ ਰਹੇ ਨੇ, ਤੇਰਾ ਮਨ ਤਾਂ ਅੰਦਰੋਂ ਕਾਲੇ ਕੋਲੇ ਦੀ ਤਰ੍ਹਾਂ ਵਾ। ਕਹਿੰਦੇ ਆਪਣਾ ਪਹਿਲਾਂ ਮਨ ਸਾਫ਼ ਕਰ। ਤੀਰਥ ਤੇ ਜਾਣ ਨਾਲ ਕਹਿੰਦੇ ਤਾਂ ਹੀ ਤੇਰਾ ਫਾਇਦਾ ਵਾ, ਤੀਰਥ ਤੇ ਇਸ਼ਨਾਨ ਕਰਨ ਨਾਲ ਤਾਂ ਹੀ ਤੇਰਾ ਫਾਇਦਾ ਜੇ ਤੇਰਾ ਮਨ ਅੰਦਰੋਂ ਸਾਫ਼ ਹੈ। ਤੀਰਥ ਨਹਾਵਾਂ, ਕਹਿੰਦੇ ਤੀਰਥਾਂ ਤੇ ਨਹਾਉਣ ਤਾਂ ਚਲੇ ਜਾਣਾ, ਤੇਰਾ ਮਨ ਤਾਂ ਖਰਾਬ ਆ। ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਕਹਿੰਦੇ ਤੇਰਾ ਤਾਂ ਤਨ ਵੀ ਚੋਰ ਆ, ਤੇਰਾ ਮਨ ਖੋਟਾ ਵਾ, ਤੇ ਤੇਰੇ ਨਾਲ ਕਹਿੰਦੇ ਚੱਲਦੇ ਨੇ ਅਨੇਕਾਂ, ਤੂੰ ਤੀਰਥਾਂ ਦੇ ਇਸ਼ਨਾਨ ਕਰਨ ਜਾਣਾ, ਤੇ ਉੱਥੇ ਜਾ ਕੇ ਇਸ਼ਨਾਨ ਕਰਦਾ। ਕਹਿੰਦੇ ਜੇ ਤੂੰ ਕਿਤੇ ਇਹੀ ਇਸ਼ਨਾਨ ਆਪਣੇ ਘਰ ਬੈਠ ਕੇ ਜਾਂ ਉਸ ਸੰਗਤ ਵਿੱਚ ਆ ਕੇ ਆਪਣੇ ਮਨ ਨੂੰ ਧੋਇਆ ਕਰ, ਕਹਿੰਦੇ ਤੇਰੇ ਪਾਪਾਂ ਦੀ ਮੈਲ ਆ ਜਿਹੜੀ ਉਹ ਲੱਥ ਜਾਵੇਗੀ, ਤੇਰਾ ਮਨ ਅੰਦਰੋਂ ਸ਼ੁੱਧ ਹੋ ਜਾਵੇਗਾ। ਤੇ ਜੇ ਤੇਰੇ ਨਾਲ ਜੇ ਕੋਈ ਚੰਗਾ ਕਰਮ ਕੀਤਾ ਹੋਵੇਗਾ, ਜੇ ਤੂੰ ਉਸ ਨੂੰ ਤੀਰਥਾਂ ਤੇ ਲੱਭਦਾ ਫਿਰਦਾ, ਕਹਿੰਦੇ ਤੈਨੂੰ ਪਰਮਾਤਮਾ ਜੀ ਆਪ ਆ ਕੇ ਮਿਲਣਗੇ। ਕਿਉਂਕਿ ਅਸੀਂ ਇਤਿਹਾਸ ਅੰਦਰ ਵੀ ਦੇਖਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਕਈ ਜੋਗੀਆਂ ਨੂੰ ਮਿਲਣ ਗਏ ਨੇ, ਉਹਨਾਂ ਨੂੰ ਸਮਝਾਉਣ ਗਏ ਨੇ, ਉਹਨਾਂ ਨੂੰ ਸਿੱਧੇ ਰਸਤੇ ਪਾਇਆ। ਪਰ ਕਿਉਂਕਿ ਪਰਮਾਤਮਾ ਜੀ ਨੂੰ ਪਤਾ ਸੀ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਤਾ ਸੀ ਕਿ ਉਹ ਸੁਧਰ ਜਾਣਗੇ, ਤੇ ਇਸ ਕਰਕੇ ਉਹ ਗਏ ਨੇ ਤੇ ਉਹਨਾਂ ਨੂੰ ਸਮਝਾਇਆ। ਇੱਥੇ ਤੀਰਥ ਨਹਾਉਣ ਦੀ ਗੱਲ ਚੱਲ ਪੈਂਦੀ ਹੈ, ਤੇ ਤੀਰਥ ਤੇ ਨਹਾਉਣ ਤਾਂ ਅਨੇਕਾਂ ਹੀ ਦੁਨੀਆ ਤੁਰਦੀ ਆ, ਆਪਣੇ ਤਨ ਨੂੰ ਸਾਫ਼ ਕਰਨ ਤੁਰਦੀ ਆ। ਕਹਿੰਦੇ ਜੇ ਤੇਰਾ ਮਨ ਹੀ ਅੰਦਰੋਂ ਖੋਟਾ ਵਾ, ਫਿਰ ਤੂੰ ਇਸ ਜਗ੍ਹਾ ਤੇ ਆ ਕੇ ਇਸ਼ਨਾਨ ਕਰਕੇ ਤੇਰਾ ਕੁਝ ਨਹੀਂ ਬਣਨਾ। ਤੇ ਅਗਲੀ ਪੰਕਤੀਆਂ ਵਿੱਚ ਸਤਿਗੁਰਾਂ ਨੇ ਸਪਸ਼ਟ ਕਰ ਦਿੱਤਾ, ਜੇਤੀ ਸਿਸ਼ਟ ਉਪਾਈ ਵੇਖਾਂ, ਬਿਨ ਕਰਮਾਂ ਕੇ ਮਿਲੇ ਲਈ। ਕਹਿੰਦੇ ਜੇਤੀ ਸਿਸ਼ਟ ਉਪਾਈ ਵੇਖਾਂ, ਭਾਵੇਂ ਸ੍ਰਿਸ਼ਟੀ ਨੂੰ ਸਾਜਿਆ ਵਾ ਤੇ ਮੈਂ ਉਹਨੂੰ ਦੇਖ ਰਵਾਂ, ਬਿਨ ਕਰਮਾਂ ਕੇ ਮਿਲੇ ਲਈ। ਕਹਿੰਦੇ ਕਰਮਾਂ ਤੋਂ ਬਿਨਾਂ ਮਿਲਦੀ ਵੀ ਨਹੀਂ। ਜੇ ਸਾਡੇ ਚੰਗੇ ਕਰਮ ਹੋਣ ਤਾਂ ਅਸੀਂ ਸੰਗਤ ਵਿੱਚ ਆ ਕੇ ਬੈਠਦੇ ਹਾਂ, ਨਹੀਂ ਤਾਂ ਮਾੜੇ ਕਰਮ ਹੋਣ। ਕਈ ਤਾਂ ਇਸ ਤਰ੍ਹਾਂ ਨੇ ਦੁਨੀਆ ਦੇ ਅੰਦਰ ਕਿ ਉਹਨਾਂ ਨੇ ਪਤਾ ਨਹੀਂ ਕਿਹੜੇ ਮਾੜੇ ਕਰਮ ਕੀਤੇ ਹੋਣਗੇ, ਜੋ ਉਹਨਾਂ ਨੂੰ ਸਜ਼ਾ ਮਿਲ ਰਹੀ ਹੈ। ਉਹ ਮੰਜੇ ਦੇ ਉੱਪਰ ਪਏ ਨੇ ਪਰ ਹਿੱਲ ਨਹੀਂ ਸਕਦੇ। ਤੇ ਸਤਿਗੁਰੂ ਜੀ ਕਹਿੰਦੇ ਤੁਹਾਨੂੰ ਤਾਂ ਮੈਂ ਸਹੀ ਸਲਾਮਤ ਧਰਤੀ ਤੇ ਭੇਜਿਆ, ਤੇ ਤੂੰ ਤਾਂ ਆਪਣੇ
ਮੂਲ ਤੋਂ ਹੀ ਟੁੱਟ ਗਿਆ। ਜਿਵੇਂ ਕੋਲਾ ਆਪਣੇ ਮੂਲ ਤੋਂ ਟੁੱਟ ਜਾਂਦਾ ਤੇ ਕਾਲਾ ਹੋ ਜਾਂਦਾ, ਉਸ ਨੂੰ ਭਾਵੇਂ ਅਨੇਕਾਂ ਤਰ੍ਹਾਂ ਦੇ ਲੇਪ ਲਾ ਕੇ ਦੇਖ ਲਈਏ ਤੇ ਉਹ ਕਦੀ ਲਾਲ ਨਹੀਂ ਹੋਵੇਗਾ। ਜੇ ਲਾਲ ਕਰਨਾ ਪਵੇਗਾ ਤੇ ਭੱਠੀ ਵਿੱਚ ਦੁਬਾਰਾ ਪਾਉਣਾ ਪਵੇਗਾ ਤੇ ਤਾਂ ਲਾਲ ਹੋਵੇਗਾ। ਕਹਿੰਦੇ ਬਿਨਾਂ ਕਰਮਾਂ ਤੋਂ ਅਸੀਂ ਉਸ ਤਰ੍ਹਾਂ ਕੋਲੇ ਦੇ ਤਰ੍ਹਾਂ ਵਿਛੜੇ ਹੋਏ ਆ। ਤੇ ਤਾਂ ਹੀ ਸਤਿਗੁਰੂ ਜੀ ਕਹਿੰਦੇ ਗੁਰਬਾਣੀ ਅੰਦਰ ਬਚਨ ਆਉਂਦਾ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਫਿਰ ਮਿਲਣ ਦੀ ਗੱਲ ਜਗਿਆਸੂ ਦੇ ਅੰਦਰ ਪੈਦਾ ਹੁੰਦੀ ਆ। ਤੇ ਧੰਨ ਗੁਰ ਗ੍ਰੰਥ ਸਾਹਿਬ ਜੀ ਆ ਕੇ ਸਿਰ ਝੁਕਾਉਂਦਾ ਤੇ ਕਹਿੰਦਾ ਸਤਿਗੁਰੂ ਜੀ ਮੈਨੂੰ ਬਖਸ਼ ਲਵੋ, ਮੈਂ ਆਪਣੇ ਮਕਸਦ ਤੋਂ ਭਟਕ ਗਿਆ ਸੀ। ਜੋ ਤੁਸੀਂ ਮੈਨੂੰ ਰਸਤਾ ਦੱਸਿਆ ਮੈਂ ਉਹ ਤੋਂ ਭਟਕ ਗਿਆ ਸੀ। ਵੀ ਮੇਰੇ ਕਰਮਾਂ ਵਿੱਚ ਕੋਈ ਇਹੋ ਜਿਹੀ ਗੱਲ ਕਰ ਦਿਓ ਕਿ ਮੈਂ ਫਿਰ ਤੁਹਾਨੂੰ ਮਿਲ ਜਾਵਾਂ। ਤੁਸੀਂ ਮੈਨੂੰ ਮਿਲ ਜਾਓ, ਮੈਂ ਤੁਹਾਡੀ ਪੂਜਾ ਕਰਾਂ, ਤੁਹਾਨੂੰ ਮਨਾਵਾਂ। ਸਤਿਗੁਰੂ ਜੀ ਕਹਿੰਦੇ ਮਨਾਉਣਾ ਤਾਂ ਇੱਕ ਕੰਮ ਕਰਨਾ ਪਵੇਗਾ, ਤੀਰਥਾਂ ਨੂੰ ਛੱਡ ਕੇ, ਤੀਰਥਾਂ ਤੇ ਨਹਾਉਣਾ ਛੱਡ ਕੇ ਤੈਨੂੰ ਮੇਰੀ ਗੁਰਬਾਣੀ ਦੇ ਨਾਲ ਸਾਂਝ ਪਾਉਣੀ ਪਊਗੀ। ਉਸ ਸੰਗਤ ਵਿੱਚ ਆ ਕੇ ਤੈਨੂੰ ਬੈਠਣਾ ਪਵੇਗਾ ਤੇ ਤਾਂ ਜੋ ਤੇਰਾ ਮਨ ਨਾ ਕਹਿੰਦੇ ਤੀਰਥ ਤੇ ਨਹਾਉਣਾ ਵੀ ਤੇਰਾ ਸਫਲ ਹੋ ਜਾਵੇਗਾ। ਜੇ ਤੂੰ ਆਪਣੇ ਮਨ ਦੀ ਸਫਾਈ ਕੀਤੀ, ਅੱਖਾਂ ਨਾਲ ਚੰਗਾ ਦੇਖਿਆ, ਕੰਨਾਂ ਨਾਲ ਚੰਗਾ ਸੁਣਿਆ, ਆਪਣੇ ਹੱਥਾਂ ਦੇ ਨਾਲ ਚੰਗਾ ਕੀਤਾ, ਤੇਰੇ ਪੈਰ ਚੰਗੇ ਪਾਸੇ ਨੂੰ ਚੱਲੇ, ਕਹਿੰਦੇ ਤਾਂ ਤੇਰਾ ਚੰਗਾ ਉਸ ਤੀਰਥ ਵੱਲ ਨਹਾਉਣਾ ਤੇਰਾ ਪਵਿੱਤਰ ਵਾ। ਨਹੀਂ ਤਾਂ ਕਹਿੰਦੇ ਇਸ ਮਨ ਕੋ ਮਲ ਲਾਗੀ ਕਾਲਾ ਹੁਆ ਸ਼ਾਹ। ਕਹਿੰਦੇ ਇਹ ਮਨ ਨੂੰ ਮੈਲ ਇੰਨੀ ਲੱਗ ਜਾਣੀ ਹੈ ਕਿ ਕਾਲਾ ਹੋ ਜਾਣਾ ਇੱਕ ਦਿਨ। ਫਿਰ ਇਹਨੂੰ ਕਹਿੰਦੇ ਜਿਸ ਤਰ੍ਹਾਂ ਮਰਜ਼ੀ ਕੋਸ਼ਿਸ਼ ਕਰ ਲਿਓ ਧੋਤਾ ਹੀ ਨਹੀਂ ਜਾਣਾ, ਕਿਉਂਕਿ ਅੰਦਰ ਅਗਿਆਨਤਾ ਹੋਣ ਕਾਰਨ ਅਸੀਂ ਤੀਰਥਾਂ ਤੇ ਭਟਕ ਰਹੇ ਹਾਂ। ਤੇ ਸਤਿਗੁਰੂ ਜੀ ਗੁਰਬਾਣੀ ਵਿੱਚ ਬਚਨ ਕਰਦੇ ਨੇ, ਕਾਹੇ ਰੇਵਨ ਖੋਜਨ ਜਾਈ ਸਰਵ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਕਹਿੰਦੇ ਫਿਰ ਤੂੰ ਵਣਾਂ ਦੇ ਵਿੱਚ ਲੱਭਦਾ ਫਿਰਦਾ, ਤੀਰਥਾਂ ਤੇ ਭਾਲਦਾ ਫਿਰਦਾ, ਪਰ ਰੱਬ ਤਾਂ ਤੇਰੇ ਅੰਦਰ ਵਸਦਾ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਪਸ਼ਟ ਕਰ ਦਿੱਤਾ, ਕਹਿੰਦੇ ਬਿਨ ਕਰਮਾਂ ਕੇ ਮਿਲੇ ਲਈ। ਕਹਿੰਦੇ ਕਰਮਾਂ ਤੋਂ ਬਿਨਾਂ ਪਰਮਾਤਮਾ ਜੀ ਨੂੰ ਪਾਇਆ ਨਹੀਂ ਜਾ ਸਕਦਾ। ਕਹਿੰਦੇ ਇੱਕ ਮਾਤਾ ਨੇ ਅਰਦਾਸ ਕੀਤੀ, ਪਹਿਲੋਂ ਕਾਫੀ ਲੰਮਾ ਸਮਾਂ ਅਰਦਾਸਾਂ ਕਰਦੀ ਰਹੀ ਕਿ ਮੇਰੇ ਘਰ ਔਲਾਦ ਹੋ ਜਾਵੇ, ਔਲਾਦ ਹੋ ਜਾਵੇ। ਕਿਉਂਕਿ ਕਹਿੰਦੇ ਮਾਂ ਦੀ ਝੋਲੀ ਉਹਨਾਂ ਤੱਕਰ ਖੁਸ਼ਹਾਲ ਨਹੀਂ ਹੁੰਦੀ ਜਿੰਨਾ ਚਿਕਰ ਉਹਦੀ ਝੋਲੀ ਲਾਲ ਨਹੀਂ ਹੁੰਦਾ। ਤੇ ਕਹਿੰਦੇ ਅਨੇਕਾਂ ਤਰ੍ਹਾਂ ਦੇ ਇਸ ਜੀਵ ਸੰਸਾਰ ਅੰਦਰ ਆਉਂਦੇ ਨੇ, ਪਰ ਮਾਂ ਦੀ ਜੋ ਮਮਤਾ ਹੈ, ਜੋ ਮਾਂ ਦਾ ਪਿਆਰ ਹੈ, ਕਹਿੰਦੇ ਉਹ ਹਰੇਕ ਜੀਵ ਵਿੱਚ ਦੇਖਣ ਨੂੰ ਮਿਲਦਾ। ਹਰੇਕ ਜੀਵ ਜੰਤੂ, ਮਨੁੱਖ ਤੋਂ ਲੈ ਕੇ ਕਹਿੰਦੇ ਛੋਟੇ ਤੋਂ ਛੋਟੇ ਸੂਖਮ ਜੀਵਾਂ ਵਿੱਚ ਵੀ ਉਹ ਪਿਆਰ ਦੇਖਣ ਨੂੰ ਮਿਲਦਾ। ਕਹਿੰਦੇ ਜੇ ਕਿਸੇ ਤੋਂ, ਕਿਸੇ ਮਾਂ ਤੋਂ ਕਿਸੇ ਦਾ ਪੁੱਤਰ ਅਲੱਗ ਕੀਤਾ ਜਾਵੇ, ਕਿਸੇ ਜੀਵ ਤੋਂ ਉਸ ਦਾ ਬੱਚਾ ਅਲੱਗ ਕੀਤਾ ਜਾਵੇ, ਕਿਸੇ ਜਾਨਵਰ ਦਾ, ਤੇ ਕਹਿੰਦੇ ਉਹ ਭਾਲਣ ਲੱਗ ਜਾਂਦਾ ਕਿ ਮੇਰਾ ਬੱਚਾ ਕਿੱਥੇ ਗਿਆ। ਤੇ ਕਹਿੰਦੇ ਇਸੇ ਤਰ੍ਹਾਂ ਹੀ ਉਸ ਮਾਤਾ ਨੇ ਅਰਦਾਸ ਕੀਤੀ ਕਿ ਮੇਰੇ ਘਰ ਔਲਾਦ ਹੋਵੇ। ਕਹਿੰਦੇ ਪਰਮਾਤਮਾ ਜੀ ਮੈਨੂੰ ਲੱਗ ਰਿਹਾ ਤੁਸੀਂ ਮੇਰੇ ਕਰਮਾਂ ਵਿੱਚ ਔਲਾਦ ਲਿਖੀ ਹੋਈ ਨਹੀਂ। ਤੇ ਇੰਨੀ ਗੱਲ ਸੁਣ ਕੇ ਪਰਮਾਤਮਾ ਜੀ ਵੱਲੋਂ ਆਵਾਜ਼ ਆਈ, ਮੈਂ ਤੇਰੇ ਕਰਮਾਂ 'ਚ ਔਲਾਦ ਲਿਖੀ ਤਾਂ ਹੈ, ਪਰ ਹਜੇ ਨਹੀਂ ਮਿਲਣੀ, ਕੁਝ ਸਮਾਂ ਹੋਰ ਲੱਗੇਗਾ।
ਤੇ ਦਾਤ ਵੀ ਕਹਿੰਦੇ ਇੱਕ ਦਿਨ ਪ੍ਰਾਪਤ ਹੋ ਗਈ। ਉਹਨਾਂ ਦੇ ਘਰ ਬੱਚੇ ਨੇ ਜਨਮ ਲਿਆ। ਅੰਤ ਨੂੰ ਕਹਿੰਦੇ ਮਾਤਾ ਦਾ ਸਰੀਰ ਵਿਰਧ ਹੋਇਆ ਤੇ ਬੱਚੇ ਨੇ ਜਨਮ ਲਿਆ ਤੇ ਵੱਡਾ ਹੋਇਆ। ਅਨੇਕਾਂ ਹੀ ਤਰ੍ਹਾਂ ਦੀਆਂ ਕਹਿੰਦੇ ਉੱਥੇ ਘਟਨਾਵਾਂ ਵਾਪਰੀਆਂ ਬੱਚੇ ਨਾਲ। ਕਹਿੰਦੇ ਪ੍ਰਮਾਤਮਾ ਜੀ ਘਟਨਾ ਏਡੀ ਕੁ ਵਾਪਰੀ ਕਿ ਉਸ ਬੱਚੇ ਦੀ ਮਾਂ ਚੜ੍ਹਾਈ ਕਰ ਗਈ, ਬੱਚਾ ਇਕੱਲਾ ਰਹਿ ਗਿਆ। ਕਹਿੰਦੇ ਕਰਮਾਂ ਵਿੱਚ ਤਾਂ ਤੇ ਮਾਤਾ ਉੱਥੇ ਰੱਬ ਨਾਲ ਗੱਲ ਕਰਦੀ ਹੈ ਤੇ ਕਹਿੰਦੀ ਪਰਮਾਤਮਾ ਜੀ ਤੁਸੀਂ ਮੇਰੇ ਨਾਲ ਠੀਕ ਨਹੀਂ ਕੀਤਾ, ਤੁਸੀਂ ਮੇਰੇ ਘਰ ਪੁੱਤਰ ਦੀ ਦਾਤ ਤਾਂ ਬਖਸ਼ ਦਿੱਤੀ, ਮੇਰੇ ਕਰਮਾਂ ਵਿੱਚ ਪੁੱਤਰ ਦੀ ਦਾਤ ਤਾਂ ਲਿਖੀ ਗਈ, ਪਰ ਮੇਰੇ ਪੁੱਤਰ ਦੇ ਕਰਮਾਂ ਵਿੱਚ ਮਾਂ ਦੀ ਦਾਤ ਵੀ ਬਖਸ਼ ਦਿੰਦੇ ਕਿਤੇ ਕਿੰਨਾ ਚੰਗਾ ਹੁੰਦਾ। ਕਹਿੰਦੇ ਇਹ ਤਾਂ ਉਹਦੇ ਕਰਮਾਂ ਦੀ ਗੱਲ ਵਾ, ਉਹਦੇ ਕਰਮਾਂ 'ਚ ਨਹੀਂ ਸੀ ਸੁੱਖ ਦੇਖਣੇ, ਕਹਿੰਦੇ ਉਹ ਨਹੀਂ ਦੇਖ ਸਕਦਾ। ਤੇ ਕਹਿੰਦੀ ਫਿਰ ਮੇਰੇ ਕਰਮਾਂ ਵਿੱਚ ਹੀ ਕਿਉਂ ਲਿਖਿਆ ਪੁੱਤਰ ਨੂੰ। ਕਹਿੰਦੇ ਤੁਸੀਂ ਰੋਜ਼ ਅਰਦਾਸ ਕੀਤੀ, ਮੈਂ ਰੋਜ਼ ਸੁਣਦਾ ਰਿਹਾ। ਪ੍ਰਮਾਤਮਾ ਜੀ ਗੱਲ ਕਰ ਰਹੇ ਨੇ ਉਸ ਔਰਤ ਦੇ ਨਾਲ, ਉਸ ਮਾਤਾ ਦੇ ਨਾਲ ਗੱਲ ਕਰ ਰਹੇ ਨੇ। ਕਹਿੰਦੇ ਤੁਸੀਂ ਮੈਨੂੰ ਰੋਜ਼ ਅਰਦਾਸ ਕੀਤੀ, ਮੈਂ ਰੋਜ਼ ਸੁਣਦਾ ਰਿਹਾ। ਕਹਿੰਦੇ ਜਿਸ ਦਿਨ ਤੁਸੀਂ ਕਹਿ ਕੇ ਗਿਆ ਸੀ ਨਾ ਕਿ ਤੁਸੀਂ ਮੇਰੇ ਕਰਮਾਂ 'ਚ ਔਲਾਦ ਲਿਖੀ ਹੋਈ ਨਹੀਂ, ਪਰਮਾਤਮਾ ਜੀ ਕਹਿੰਦੇ ਉਦੋਂ ਮੈਂ ਅਡੋਲ ਹੋ ਗਿਆ। ਉਦੋਂ ਮੇਰੇ ਅੰਦਰੋਂ ਆਵਾਜ਼ ਆਈ ਕਿ ਤੇਰੇ ਕਰਮਾਂ 'ਚ ਵਿੱਚ ਲਿਖਿਆ ਤਾਂ ਹੈ ਪਰ ਕੁਝ ਸਮਾਂ ਲੱਗੇਗਾ, ਕਿਉਂਕਿ ਤੇਰਾ ਮੌਤ ਦਾ ਸਮਾਂ ਵੀ ਨੇੜੇ ਦੇਖਣਾ ਸੀ, ਕਿਉਂਕਿ ਤੇਰੇ ਪੁੱਤਰ ਦੇ ਕਰਮਾਂ ਵਿੱਚ ਹੀ ਨਹੀਂ ਲਿਖਿਆ ਗਿਆ ਕਿ ਤੈਨੂੰ ਮਾਂ ਦਾ ਸੁੱਖ ਪ੍ਰਾਪਤ ਹੋਣਾ। ਤੇ ਇੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਵੀ ਇਹੀ ਸਮਝਾ ਰਹੇ ਨੇ, ਬਿਨ ਕਰਮਾਂ ਕੇ ਮਿਲੇ ਲਈ। ਕਹਿੰਦੇ ਕਰਮਾਂ ਤੋਂ ਬਿਨਾਂ ਕੁਝ ਵੀ ਨਹੀਂ ਮਿਲਦਾ। ਤੇ ਅਗਲੀਆਂ ਪੰਕਤੀਆਂ ਵਿੱਚ ਬਚਨ ਕਰ ਰਹੇ ਨੇ, ਮੱਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਮੱਤ ਵਿੱਚ ਰਤਨ ਜਵਾਹਰ ਮਾਣਿਕ, ਕਹਿੰਦੇ ਆਪਣੇ ਜੋ ਦਿਮਾਗ ਨਾਲ ਸੋਚਦਾ, ਆਪਣੀ ਮੱਤ ਦੇ ਨਾਲ ਸੋਚਦਾ ਮੈਂ, ਮੱਤ ਵਿੱਚ ਰਤਨ ਜਵਾਹਰ ਮਾਣਿਕ। ਕਹਿੰਦੇ ਰਤਨ ਤਾਂ ਤੇਰੇ ਅੰਦਰ ਲੁਕੇ ਨੇ, ਤੂੰ ਉਹਨੂੰ ਤੀਰਥਾਂ ਤੇ ਲੱਭਣ ਤੁਰਿਆ ਵਾ, ਤੇ ਤੀਰਥਾਂ ਤੇ ਲੱਭਣ ਦੇ ਨਾਲ ਕਹਿੰਦੇ ਤੈਨੂੰ ਉਹ ਪ੍ਰਾਪਤ ਵੀ ਨਹੀਂ ਹੁੰਦਾ, ਕਿਉਂਕਿ ਤੇਰੇ ਕਰਮਾਂ ਦੇ ਵਿੱਚ ਤਾਂ ਲਿਖਿਆ ਹੀ ਨਹੀਂ। ਤੇ ਇੱਥੇ ਗੱਲ ਹੋਈ ਆ ਰਤਨਾਂ ਦੀ। ਕਹਿੰਦੇ ਤੇਰੇ ਮਨ ਦੇ ਅੰਦਰ ਹੀਰੇ ਜਵਾਹਰ ਪਏ ਨੇ, ਪਰ ਤੂੰ ਉਹਨਾਂ ਨੂੰ ਪ੍ਰਗਟ ਹੀ ਨਹੀਂ ਕਰਦਾ। ਪ੍ਰਗਟ ਕਰਨ ਦੀ ਕਹਿੰਦੇ ਤੇਰੇ ਕੋਲ ਵਿਧੀ ਨਹੀਂ, ਤੇਰੇ ਤੇ ਅਗਿਆਨਤਾ ਛਾਈ ਆ। ਤੇ ਅਗਿਆਨਤਾ ਵੀ ਕਾਹਦੀ ਛਾਈ, ਕਹਿੰਦੇ ਤੇਰੇ ਤੇ ਕ੍ਰੋਧ, ਹੰਕਾਰ, ਈਰਖਾ, ਦਵੈਸ਼, ਕਹਿੰਦੇ ਇਹਨਾਂ ਦੀ ਅਗਿਆਨਤਾ ਛਾ ਬੈਠੀ ਆ। ਤੂੰ ਕਿਸੇ ਦਾ ਭਲਾ ਕਰਦਾ ਕਰਦਾ ਆਪਦਾ ਵੀ ਬੁਰਾ ਕਰ ਲੈਣਾ, ਜੇ ਕਿਸੇ ਦਾ ਬੁਰਾ ਕਰਦਾ ਕਰਦਾ ਤੇ ਆਪਦਾ ਤੇਰਾ ਵੀ ਬੁਰਾ ਹੋ ਜਾਂਦਾ। ਸਤਿਗੁਰੂ ਜੀ ਕਹਿੰਦੇ ਇਹ ਵੀ ਤੇਰੇ ਕਰਮਾਂ ਅਨੁਸਾਰ ਹੀ ਤੈਨੂੰ ਮਿਲਣਾ। ਮੱਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਕਹਿੰਦੇ ਜੇ ਤੂੰ ਕਿਤੇ ਇੱਕ ਗੱਲ ਗੁਰੂ ਦੀ ਸੁਣ ਲੈਂਦਾ ਨਾ, ਇੱਕੋ ਹੀ ਗੱਲ ਸੁਣ ਲੈਂਦਾ, ਪਰਮਾਤਮਾ ਜੀ ਤੇਰਾ ਜੀਵਨ ਸੁਧਰ ਸਕਦਾ ਸੀ, ਤੈਨੂੰ ਤੀਰਥਾਂ ਤੇ ਭਟਕਣ ਦੀ ਲੋੜ ਹੀ ਨਹੀਂ ਸੀ ਪੈਣੀ। ਕਹਿੰਦੇ ਜੇ ਤੂੰ ਇਹੀ ਗੱਲ ਸਮਝ ਲੈਂਦਾ ਨਾ, ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੰਨੀ ਕੁ ਗੱਲ ਹੀ ਪੜ੍ਹ ਲੈਂਦਾ, ਕਹਿੰਦੇ ਤੇਰਾ ਜਿਹੜਾ ਜਨਮ ਆ ਕਹਿੰਦੇ ਤੈਨੂੰ ਪਤਾ ਲੱਗ ਜਾਣਾ ਸੀ ਕਿ ਮੈਂ ਤੀਰਥਾਂ ਦੇ ਕੀ ਕਰਨ ਚੱਲਿਆ। ਮੇਰਾ ਤਨ ਚੋਰ ਆ, ਮਨ ਖੋਟਾ ਹੋਇਆ ਪਿਆ ਵਾ। ਕਹਿੰਦੇ ਗੁਰੂ ਦੀ ਇੱਕ ਸਿੱਖ ਸੁਣ ਲੈਂਦਾ, ਇੱਕ ਬਚਨ ਸੁਣ ਲੈਂਦਾ, ਇੱਕ ਸਿੱਖਿਆ ਸੁਣ ਲੈਂਦਾ, ਜੋ ਸਤਿਗੁਰੂ ਜੀ ਸਾਨੂੰ ਸਮਝਾਉਣਾ ਚਾਹੁੰਦੇ ਨੇ। ਕਹਿੰਦੇ ਇੱਕ ਹੰਸ ਆਉਂਦਾ, ਹੰਸਾਂ ਦੇਖ ਤਰੰਦਿਆਂ,
ਬੱਗਾ ਵੀ ਆਇਆ ਚਾਓ। ਕਹਿੰਦੇ ਹੰਸਾਂ ਨੂੰ ਤਰਦਿਆਂ ਦੇਖ ਕੇ ਬਗਲਾ ਉੱਥੇ ਸਮੁੰਦਰ ਦੇ ਕਿਨਾਰੇ ਚਲੇ ਗਿਆ। ਹੰਸਾਂ ਨੇ ਹੀਰੇ ਮੋਤੀ ਚੁਗੇ ਨੇ ਤੇ ਬਗਲੇ ਨੇ ਡੱਡੂ ਮੱਛੀਆਂ ਲੱਭਣੀਆਂ ਸ਼ੁਰੂ ਕਰ ਦਿੱਤੀਆਂ। ਕਹਿੰਦਾ ਤੂੰ ਇਸੇ ਤਰ੍ਹਾਂ ਤੀਰਥ ਤੇ ਤਾਂ ਜਾਣਾ ਵਾ, ਜੋ ਉਹ ਗੁਰੂ ਦੇ ਪਿਆਰੇ ਨੇ ਉਹ ਤੀਰਥ ਤੋਂ ਸਭ ਕੁਝ ਖੱਟ ਕੇ ਲੈ ਆਉਂਦੇ ਨੇ। ਕਹਿੰਦੇ ਤੂੰ ਤੀਰਥਾਂ ਤੇ ਜਾ ਕੇ ਵੀ ਗੰਦੀ ਨਿਗਾਹ ਨਾਲ ਉਸ ਦ੍ਰਿਸ਼ ਨੂੰ ਦੇਖਦਾ ਵਾਂ, ਤੇਰੇ ਦਿਮਾਗ ਅੰਦਰ ਵਿਕਾਰ ਚੱਲਦੇ ਨੇ। ਕਹਿੰਦੇ ਫਿਰ ਤੇਰੇ ਤੀਰਥ ਤੇ ਨਹਾਉਣ ਨਾਲ ਤੇਰਾ ਕੁਝ ਨਹੀਂ ਬਣਨਾ, ਕਿਉਂਕਿ ਤੇਰੇ ਮਨ ਦੇ ਅੰਦਰ ਤਾਂ ਵਿਕਾਰ ਚੱਲਦੇ ਨੇ। ਤੇ ਇੱਕ ਪੰਗਤੀ ਹੋਰ ਆਉਂਦੀ ਆ ਹੰਸਾਂ ਵਾਲੀ। ਹੰਸਾਂ ਹੀਰਾ ਮੋਤੀ ਚੁਗਣਾ, ਬਗ ਡੱਡਾਂ ਭਾਲਣ ਜਾਣਾ। ਕਹਿੰਦੇ ਹੰਸਾਂ ਨੇ ਤਾਂ ਹੀਰੇ ਮੋਤੀ ਚੁਗ ਲੈਣੇ ਆ ਤੇ ਬਗਲਿਆਂ ਨੇ ਉਹੀ ਡੱਡੂ ਮੱਛੀਆਂ ਲੱਭਣੀਆਂ। ਕਹਿੰਦੇ ਸਾਡੀ ਬਗਲੇ ਵਾਲੀ ਬਿਰਤੀ ਨਹੀਂ ਹੋਣੀ ਚਾਹੀਦੀ, ਸਾਡੀ ਹੀ ਉਹਦੇ ਹੰਸਾਂ ਵਾਲੀ ਬਿਰਤੀ ਹੋਣੀ ਚਾਹੀਦੀ ਆ, ਤਾਂ ਜੋ ਅਸੀਂ ਆਪਣੇ ਧਰਮ ਦੇ ਪੱਕੇ ਹੋ ਸਕੀਏ। ਅਸੀਂ ਤਾਂ ਆਪਣੇ ਪੁੱਤਰਾਂ ਨੂੰ ਇੰਨੀ ਛੋਟੀ ਦੇ ਉਮਰ ਦੇ ਵਿੱਚ ਆਪਣੇ ਪੁੱਤਰਾਂ ਨੂੰ ਸਾਂਭ ਕੇ ਰੱਖਦੇ ਆ, ਤੇ ਧੰਨ ਗੁਰ ਕਲਗੀਆਂ ਵਾਲੇ ਦਾ ਕਿੱਡਾ ਜਿਗਰਾ ਹੋਵੇਗਾ, ਜਿਨ੍ਹਾਂ ਨੇ ਆਪਣੇ ਚਾਰੇ ਪੁੱਤਰ ਕੁਰਬਾਨ ਕਰਕੇ ਤੇ ਜਾ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਉਸ ਅੰਮ੍ਰਿਤੀ ਬਾਣੀ ਦੇ ਜਾਪ ਕੀਤੇ ਨੇ। ਉਹਦਾ ਸ਼ੁਕਰੀਆ ਕੀਤਾ ਕਿ ਪਰਮਾਤਮਾ ਜੀ ਜੋ ਕੱਲ ਦਾ ਸਮਾਂ ਨਿਕਲਿਆ, ਜੋ ਰਾਤ ਦਾ ਸਮਾਂ ਨਿਕਲਿਆ, ਸੁੱਖਾਂ ਭਰਿਆ ਬਤੀਤ ਹੋਇਆ ਵਾ, ਦਿਨ ਚੜਿਆ ਵਾ, ਆਪਣੇ ਭਾਣਿਆਂ ਦਾ ਬਤੀਤ ਕਰਵਾ ਲਿਓ। ਤੇ ਝਾਤ ਮਾਰੀਏ ਮੀਰ ਮਨੂੰ ਦੀ ਜੇਲ੍ਹ ਵਿੱਚ, ਜਿੱਥੇ ਸਾਰਿਆਂ ਨੂੰ ਛੋਟੇ ਉਮਰ ਦੇ ਬੱਚੇ ਦੀ ਸ਼ਹੀਦੀ ਹੋਈ ਆ। ਉਹ ਕੇਵਲ 3 ਮਹੀਨਿਆਂ ਦਾ ਬੱਚਾ ਵਾ। ਤੇ ਉਸ ਮਾਂ ਨੂੰ ਪੁੱਛ ਕੇ ਦੇਖਿਓ ਕਦੇ